ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੇ ਵੀਜ਼ੇ ਦੇ ਨਾਮ ਤੇ ਕੌਣ ਕਰ ਰਿਹਾ ਧੋਖਾ, ਫੇਸਬੁੱਕ ਰਾਹੀਂ ਹੋ ਰਹੀ ਹੈ ਲੁੱਟ। ਗੈਰ ਦਸਤਾਵੇਜੀ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਮੰਗ, ਹੁਣ ਸਰਕਾਰ ਲਵੇਗੀ ਇਸ ਬਾਰੇ ਫੈਸਲਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੱਡਾ ਐਲਾਨ, ਦੇਸ਼ ਨੂੰ ਜੋੜਨ ਦੀ ਕੀਤੀ ਗੱਲ। ਮਹਿੰਗੇ ਖਾਣ ਪੀਣ ਤੋਂ ਪਰੇਸ਼ਾਨ ਜਗਮੀਤ ਸਿੰਘ, ਪਾਰਟੀ ਮੈਂਬਰਾਂ ਦੇ ਨਾਲ ਕੀਤੀ ਇਸ ਤੇ ਚਰਚਾ। ਇਮੀਗ੍ਰੇਸ਼ਨ ਦੇ ਨਾਮ ਦੇ ਉੱਪਰ ਵੱਡਾ ਧੋਖਾ ਹੋ ਰਿਹਾ ਹੈ। ਬਹੁਤ ਸਾਰੇ ਸਕੈਮਰ ਅਜਿਹੇ ਨੇ ਜਿਹੜੇ ਦਾਅਵਾ ਕਰ ਰਹੇ ਨੇ ਕਿ ਉਹ ਕੈਨੇਡਾ ਦਾ ਵੀਜ਼ਾ ਦਿਵਾਉਣਗੇ, ਪਰ ਇਸ ਦੇ ਨਾਮ ਦੇ ਉੱਪਰ ਵੱਡੀ ਠੱਗੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕਾਂ ਨੂੰ ਫੇਸਬੁੱਕ ਦੇ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਭ ਬਾਰੇ ਇੱਕ ਰਿਪੋਰਟ ਸਾਹਮਣੇ ਆਈ, ਜਿਸ ਦੇ ਵਿੱਚ ਕਈ ਖੁਲਾਸੇ ਕੀਤੇ ਗਏ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਸਕੈਮ ਕਰਨ ਵਾਲੇ ਫੇਸਬੁੱਕ ਦੇ ਉੱਪਰ ਇੱਕ ਪੋਸਟ ਸਾਂਝੀ ਕਰਦੇ ਨੇ ਕਿ ਤੁਹਾਨੂੰ ਕੈਨੇਡਾ ਦਾ ਵੀਜ਼ਾ ਮਿਲੇਗਾ, ਕੈਨੇਡਾ ਮੌਜੂਦਾ ਸਮੇਂ 4 ਲੱਖ ਨੌਕਰੀਆਂ ਦੇ ਰਿਹਾ ਹੈ। ਇਸ ਤਰ੍ਹਾਂ ਦੇ ਕਈ ਦਾਅਵੇ ਕੀਤੇ ਜਾਂਦੇ ਨੇ ਤੇ ਫਿਰ ਆਮ ਲੋਕਾਂ ਨੂੰ ਧੋਖੇ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਸ ਬਾਰੇ ਹੁਣ ਤੱਕ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਦੇ ਇਮੀਗ੍ਰੇਸ਼ਨ ਦੇ ਨਾਮ ਦੇ ਉੱਪਰ ਵੱਡਾ ਧੋਖਾ ਹੋ ਰਿਹਾ ਹੈ। ਇਹ ਧੋਖਾ ਖਾਸ ਕਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੇ ਰਾਹੀਂ ਕੀਤਾ ਜਾ ਰਿਹਾ ਹੈ, ਜਿੱਥੇ ਮਾਈਗ੍ਰੈਂਟਸ ਨੂੰ ਟਾਰਗੇਟ ਕਰਦਿਆਂ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਨਾਮ ਤੇ ਠੱਗੀ ਕੀਤੀ ਜਾ ਰਹੀ ਹੈ। ਇਸ ਬਾਰੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ, ਜਿਸ ਦੇ ਵਿੱਚ ਕਈ ਖੁਲਾਸੇ ਕੀਤੇ ਗਏ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਸਕੈਮਰਸ ਵੱਲੋਂ ਫੇਸਬੁੱਕ ਦੇ ਉੱਪਰ ਕੈਨੇਡੀਅਨ ਇਮੀਗ੍ਰੇਸ਼ਨ ਲਾਇਰ ਬਣ ਕੇ ਪੋਸਟਾਂ ਪਾਈਆਂ ਜਾ ਰਹੀਆਂ ਨੇ, ਜਿਸ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਦੇ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ 4 ਲੱਖ ਲੋਕਾਂ ਦੇ ਵਾਸਤੇ ਨੌਕਰੀ ਦਾ ਪ੍ਰੋਗਰਾਮ ਲਿਆਇਆ ਹੈ ਤੇ ਤੁਸੀਂ ਵੀ ਇਸ ਦਾ ਹਿੱਸਾ ਬਣ ਸਕਦੇ ਹੋ। ਤੇ ਨਾਲ ਹੀ ਉਹਨਾਂ ਵੱਲੋਂ ਵਰਕ ਪਰਮਿਟ ਦੇ ਬਾਰੇ ਵੀ ਝੂਠ ਫੈਲਾਇਆ ਜਾ ਰਿਹਾ ਹੈ। ਇਹਨਾਂ ਸਕੈਮਰਸ ਵੱਲੋਂ ਝੂਠਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਈਗ੍ਰੈਂਟਸ ਇਸ ਪ੍ਰੋਗਰਾਮ ਵਾਸਤੇ ਅਪਲਾਈ ਕਰ ਸਕਦੇ ਨੇ ਤੇ ਉਹਨਾਂ ਨੂੰ ਕੈਨੇਡਾ ਦਾ ਵੀਜ਼ਾ ਮਿਲ ਜਾਵੇਗਾ। ਫਿਰ ਉਹਨਾਂ ਕੋਲੋਂ ਕੁਝ ਨਿੱਜੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, ਇਹ ਧੋਖਾ WhatsApp ਦੇ ਰਾਹੀਂ ਵੀ ਹੋ ਰਿਹਾ ਹੈ, ਜਿੱਥੇ ਕਿਹਾ ਜਾਂਦਾ ਹੈ ਕਿ ਲਿੰਕ ਆਪਣੇ 15 ਦੋਸਤਾਂ ਦੇ ਨਾਲ ਸਾਂਝਾ ਕਰੋ। ਹੁਣ ਜੋ ਰਿਪੋਰਟ ਸਾਹਮਣੇ ਆਈ, ਉਸ ਦੇ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਧੋਖੇ ਦੀ ਸਕੀਮ 1,90,000 ਯੂਜ਼ਰਸ ਤੱਕ ਪਹੁੰਚ ਚੁੱਕੀ ਹੈ। ਇਸ ਸਭ ਤੋਂ ਬਾਅਦ ਕੈਨੇਡਾ ਦੇ ਅਧਿਕਾਰੀਆਂ ਵੱਲੋਂ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੇ ਕਿਸੇ ਵੀ ਧੋਖੇ ਦਾ ਤੁਸੀਂ ਸ਼ਿਕਾਰ ਨਾ ਹੋਵੋ। ਆਮ ਲੋਕਾਂ ਨੂੰ ਇਸ ਦੇ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਫੇਸਬੁੱਕ ਦੇ ਉੱਪਰ ਇਸ ਤਰ੍ਹਾਂ ਦੀ ਕੋਈ ਵੀ ਝੂਠੀ ਧੋਖੇ ਵਾਲੀ ਮਸ਼ਹੂਰੀ ਦੇਖਦੇ ਹੋ ਤਾਂ ਉਸ ਦੇ ਉੱਪਰ ਵਿਸ਼ਵਾਸ ਨਾ ਕਰੋ। ਕੈਨੇਡਾ ਵਿੱਚ ਲੰਬੇ ਸਮੇਂ ਤੋਂ ਮੰਗ ਹੋ ਰਹੀ ਹੈ ਕਿ ਜਿਹੜੇ ਬਿਨਾਂ ਡਾਕੂਮੈਂਟ ਵਾਲੇ ਲੋਕ ਰਹਿ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ। ਇੱਕ ਵਾਰ ਫਿਰ ਤੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ, ਜਿੱਥੇ ਸਰਕਾਰ ਨੂੰ ਕਿਹਾ ਗਿਆ ਹੈ ਕਿ ਜਿਹੜੇ ਬਿਨਾਂ ਡਾਕੂਮੈਂਟ ਵਾਲੇ ਕਾਫੀ ਦੇਰ ਤੋਂ ਕੈਨੇਡਾ ਦੇ ਵਿੱਚ ਮਾਈਗ੍ਰੈਂਟਸ ਰਹਿ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ। ਇਸ ਵਾਸਤੇ ਲੋਕ ਆਪਣਾ ਪੱਖ ਰੱਖਦੇ ਹੋਏ ਵੀ ਦਿਖਾਈ ਦੇ ਰਹੇ ਨੇ ਤੇ ਦੱਸਿਆ ਗਿਆ ਕਿ ਮੌਜੂਦਾ ਕਿੰਨੇ ਲੋਕ ਇਸ ਸਮੇਂ ਕੈਨੇਡਾ ਦੇ ਵਿੱਚ ਬਿਨਾਂ ਡਾਕੂਮੈਂਟ ਦੇ ਹਨ। ਕੈਨੇਡਾ ਵਿੱਚ ਰਹਿ ਰਹੇ ਬਿਨਾਂ ਡਾਕੂਮੈਂਟਸ ਵਾਲੇ ਪ੍ਰਵਾਸੀਆਂ ਨੂੰ ਪੱਕਾ ਕੀਤੇ ਜਾਣ ਦੀ ਮੰਗ ਲਗਾਤਾਰ ਉੱਠ ਰਹੀ ਹੈ। ਇੱਕ ਵਾਰ ਫਿਰ ਤੋਂ ਇਸ ਵਾਸਤੇ ਆਵਾਜ਼ ਬੁਲੰਦ ਕੀਤੀ ਗਈ ਤੇ ਮੰਗ ਹੈ ਕਿ ਗੈਰ ਦਸਤਾਵੇਜੀ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਪੱਕਾ ਕੀਤਾ ਜਾਵੇ। ਕੈਨੇਡਾ ਵਿੱਚ ਪ੍ਰਵਾਸੀਆਂ ਦੀਆਂ ਅਗਵਾਈ ਵਾਲੀਆਂ ਕਈ ਸੰਸਥਾਵਾਂ ਨੇ, ਜਿਸ ਵਿੱਚ 480 ਤੋਂ ਵੱਧ ਸਿਵਲ ਸੁਸਾਇਟੀ ਸੰਸਥਾਵਾਂ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਕੈਨੇਡਾ ਵਿੱਚ 5 ਲੱਖ ਦੇ ਕਰੀਬ ਬਿਨਾਂ ਡਾਕੂਮੈਂਟ ਵਾਲੇ ਪ੍ਰਵਾਸੀ ਹਨ, ਜਿਨ੍ਹਾਂ ਨੂੰ ਪੱਕੇ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਵਰਕ ਪਰਮਿਟ, ਸਟੱਡੀ ਜਾਂ ਫਿਰ ਰਿਫਿਊਜੀ ਪਰਮਿਟ ਦਿੱਤਾ ਜਾਵੇ। ਪਿਛਲੇ ਦਿਨੀ ਇਸ ਬਾਰੇ ਇੱਕ ਜਾਣਕਾਰੀ ਵੀ ਸਾਹਮਣੇ ਆਈ ਸੀ, ਜਿੱਥੇ ਇਹ ਗੱਲ ਕਹੀ ਗਈ ਕਿ ਸਰਕਾਰ ਆਉਣ ਵਾਲੇ ਦਿਨਾਂ ਦੌਰਾਨ ਇਸ ਬਾਰੇ ਕੋਈ ਵੱਡਾ ਐਲਾਨ ਕਰ ਸਕਦਾ ਹੈ। ਹਾਲਾਂਕਿ ਸਰਕਾਰ ਵੱਲੋਂ ਅਜੇ ਇਸ ਬਾਰੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਤਾਂ ਨਹੀਂ ਕੀਤੀ ਗਈ, ਪਰ ਸੋਰਸਿਸ ਦੇ ਹਵਾਲੇ ਤੋਂ ਪਤਾ ਚੱਲਿਆ ਕਿ ਵੱਡੀ ਗਿਣਤੀ ਦੇ ਵਿੱਚ ਬਿਨਾਂ ਡਾਕੂਮੈਂਟ ਵਾਲੇ ਜਿਹੜੇ ਕਾਫੀ ਦੇਰ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ। ਹੁਣ ਇਸ ਵਾਸਤੇ ਜਿਹੜੇ ਬਿਨਾਂ ਡਾਕੂਮੈਂਟ ਵਾਲੇ ਪ੍ਰਵਾਸੀ ਹਨ ਆਪਣੀ ਆਵਾਜ਼ ਚੁੱਕਦੇ ਹੋਏ ਵੀ ਦਿਖਾਈ ਦੇ ਰਹੇ ਨੇ, ਜਿਨ੍ਹਾਂ ਦੀ ਮੰਗ ਹੈ ਕਿ ਕੈਨੇਡਾ ਦੇ ਵਿੱਚ ਉਹਨਾਂ ਨੂੰ ਪੱਕਾ ਕੀਤਾ ਜਾਵੇ। ਕਈ ਵਾਰ ਇਸ ਵਾਸਤੇ ਪ੍ਰਦਰਸ਼ਨ ਵੀ ਕੀਤੇ ਗਏ ਨੇ ਤੇ ਲੋਕ ਆਪਣੇ ਵਿਚਾਰ ਅਤੇ ਆਪਣਾ ਪੱਖ ਰੱਖਦੇ ਹੋਏ ਦਿਖਾਈ ਦੇ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਸ ਬਾਰੇ ਕੀ ਫੈਸਲਾ ਲੈਂਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੇਸ਼ ਨੂੰ ਜੋੜਨ ਦੀ ਗੱਲ ਕੀਤੀ ਗਈ ਹੈ। ਇੱਕ ਪ੍ਰੋਜੈਕਟ ਉਹਨਾਂ ਵੱਲੋਂ ਐਲਾਨ ਕੀਤਾ ਗਿਆ। ਨੋਕੀਆ ਦੇ ਇੱਕ ਖਾਸ ਪ੍ਰੋਜੈਕਟ ਦੇ ਵਿੱਚ ਪ੍ਰਧਾਨ ਮੰਤਰੀ ਵੱਲੋਂ ਸ਼ਿਰਕਤ ਕੀਤੀ ਗਈ ਤੇ ਨਾਲ ਹੀ ਉਹਨਾਂ ਨੇ ਇਸ ਦੇ ਫਾਇਦੇ ਵੀ ਦੱਸੇ ਨੇ। ਕੀ ਕਹਿਣਾ ਹੈ ਪ੍ਰਧਾਨ ਮੰਤਰੀ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਕੈਨੇਡਾ ਅਤੇ ਕੈਨੇਡੀਅਨਸ ਦੀ ਬਿਹਤਰੀ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਅੱਜ ਇੱਕ ਖਾਸ ਵੱਡਾ ਕਦਮ ਚੁੱਕਿਆ ਗਿਆ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਇੱਕ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਜਿਸ ਨਾਲ ਦੇਸ਼ ਦੇ ਵਿੱਚ ਵਾਇਰਲੈਸ ਇਨਫਰਾਸਟ੍ਰਕਚਰ ਨੂੰ ਵਧਾਇਆ ਜਾਵੇਗਾ ਤੇ ਕੈਨੇਡੀਅਨਸ ਨੂੰ ਕਾਫੀ ਚੀਜ਼ਾਂ ਦੇ ਨਾਲ ਜੋੜਨ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਮੌਕੇ ਤੇ ਕਿਹੜੀਆਂ ਗੱਲਾਂ ਦੀ ਸਾਂਝ ਪਾਈ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। Canada has been a really important driver of some very big parts of the Canadian economy for a long time, and with this announcement today is going to be even more over the coming years. We've demonstrated over many months and years now that big things happen when we work together. Ministers Fedeli and Fullerton, thank you so much to see you as well. When the federal government can work with the provincial government here in Ontario to deliver good, well-paying jobs for our citizens that are laying track for the future we're building together, not just for Ontarians but for all Canadians. It's always a good day when we're seeing these great projects that make our economy more competitive and our economy growing around the world. Mayor Watson, Jim, great to have you with us as well. You've been a strong advocate for this area for a long time, and it's great to see this continuing to build on the vision that you've laid out. And of course, so glad to be here with Pekka and Jeff for having us at the Nokia campus today and for leading this exciting new project. Pekka, the impact of having the global CEO of such a significant company as Nokia linked into the future of everything we do, recognizing the importance of what we're doing, not just in Canada, but right here in Canada. It's a real boost for everyone who's worked hard. And I have to pause and say, regardless of the contributions of the provincial government, of the federal government, of the municipal government being partners, that's not why Peck is here today. Peck is here today because he is recognizing the extraordinary contribution of the workers here at this facility. Researchers, scientists, engineers here at Nokia, here in Canada, here across Canada, who have contributed extraordinarily, not just to the growth we've seen in the past, but who are building the future, not just of this region, not just of this country, not just of the world, and they are the reason you are here, and we are so grateful that you recognize. ਕੈਨੇਡਾ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਲਗਾਤਾਰ ਮਹਿੰਗੀਆਂ ਹੋ ਰਹੀਆਂ ਨੇ ਤੇ ਐਨਡੀਪੀ ਲੀਡਰ ਜਗਮੀਤ ਸਿੰਘ ਇਸ ਤੋਂ ਖਾਸੇ ਪਰੇਸ਼ਾਨ ਨੇ। ਲਗਾਤਾਰ ਮਹਿੰਗਾਈ ਦਾ ਮੁੱਦਾ ਤੇ ਹੋਰ ਵੀ ਕਈ ਮੁੱਦਿਆਂ ਦੇ ਉੱਪਰ ਜਗਮੀਤ ਸਿੰਘ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਇੱਕ ਵਾਰ ਫਿਰ ਤੋਂ ਉਹ ਅਜਿਹਾ ਜ਼ਿਕਰ ਕਰਦੇ ਹੋਏ ਦਿਖਾਈ ਦਿੱਤੇ। ਪਾਰਟੀ ਦੇ ਬਾਕੀ ਮੈਂਬਰਾਂ ਦੇ ਨਾਲ ਉਹਨਾਂ ਵੱਲੋਂ ਇਸ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਐਨਡੀਪੀ ਜਗਮੀਤ ਸਿੰਘ ਤੇ ਉਹਨਾਂ ਦੀ ਪਾਰਟੀ ਵੱਲੋਂ ਇੱਕ ਖਾਸ ਵਿਸ਼ੇ ਦੇ ਉੱਪਰ ਚਰਚਾ ਕੀਤੀ ਗਈ ਹੈ। ਇੱਕ ਖਾਸ ਵਿਸ਼ਾ ਸੀ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਵੱਧ ਰਹੀਆਂ ਕੀਮਤਾਂ। ਇਸ ਬਾਰੇ ਖੁਦ ਐਨਡੀਪੀ ਲੀਡਰ ਜਗਮੀਤ ਸਿੰਘ ਵੀ ਬੋਲਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਵੱਲੋਂ ਸਰਕਾਰ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਨੇ। ਜਗਮੀਤ ਸਿੰਘ ਵੱਲੋਂ ਇਸ ਸਭ ਬਾਰੇ ਕੀ ਕੁਝ ਕਿਹਾ ਗਿਆ, ਕੀ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। Today I want to talk about our motion and our solution to one of the struggles that Canadians are facing right now, and that's the cost of food. We've seen a lot of stories, we heard from a lot of people that they are really hurting when it comes to buying groceries. And instead of the Conservatives who want to flame the anger without providing any solutions, and the Liberals who say there's nothing that can be done, we have said that there is something that governments have to do, and that is to tackle the greed that is driving up the cost of food and the cost of living for Canadians. So we put forward our motion, our plan, to tackle the rising cost of food. We're saying that they need to investigate. We need to investigate the prices set on food, because we know in the not too distant past that we had bread price fixing happen in Canada, where large grocery stores and bread makers colluded to drive up the price of bread. That happened in Canada. And we're concerned about the fact that while we're seeing a little cooling around inflation in the other areas, the other sectors, food prices are certainly not coming down. So we were concerned about this. We put forward our motion, which is to investigate the food prices, close the loopholes that allow these large corporations to make massive profits, and to get at the fact that prices are being set at a too high a price. Well, because of public pressure and our pressure to force grocery stores to start responding to the needs of people, we've seen a positive sign. Loblaws has now announced they're going to freeze the prices of their no-name line of products. Now, while that's something that is a positive step,
we're concerned that they're freezing the higher prices, the inflated prices, and that they could have acted a lot sooner. We've seen in G7 nations around the world that other sectors have moved more quickly to freeze prices or to bring down prices. So we're concerned about that. But this is a result of the pressure that we've put to say that it's proven our point that grocery stores are actually actively able to set prices and governments should play a role. ਇਮੀਗ੍ਰੇਸ਼ਨ ਨਾਲ ਜੁੜੀ ਹੋਈ ਦੋ ਸੂਬਿਆਂ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਜਿੱਥੇ ਦੋ ਸੂਬਿਆਂ ਵੱਲੋਂ ਕਿੰਨੇ ਉਮੀਦਵਾਰਾਂ ਨੂੰ ਪੀਆਰ ਹਾਸਲ ਕਰਨ ਦੇ ਲਈ ਇਨਵੀਟੇਸ਼ਨ ਦਿੱਤੇ ਗਏ ਨੇ, ਮੌਕਾ ਦਿੱਤਾ ਗਿਆ ਹੈ, ਉਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਦੋ ਸੂਬਿਆਂ ਵੱਲੋਂ ਪੀਐਨਪੀ ਡਰਾਅ ਕੱਢੇ ਗਏ ਜਿਸ ਦੇ ਵਿੱਚ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ ਨੇ, ਇਸ ਬਾਰੇ ਹੁਣ ਆਈਆਰਸੀਸੀ ਵੱਲੋਂ ਡਿਟੇਲ ਸਾਂਝੀ ਕੀਤੀ ਗਈ ਹੈ। ਕੈਨੇਡਾ ਦੇ ਕੁਝ ਸੂਬਿਆਂ ਤੋਂ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਜਿੱਥੇ ਦੱਸਿਆ ਗਿਆ ਕਿ ਕਿੰਨਿਆਂ ਨੂੰ ਸੱਦੇ ਜਾਰੀ ਕੀਤੇ ਗਏ। ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਪੀਐਨਪੀ ਡਰਾਅ ਕੱਢੇ ਗਏ ਨੇ ਜਿਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਜਨਤਕ ਕੀਤੀ ਗਈ ਹੈ। ਦੱਸਿਆ ਗਿਆ ਕਿ ਕਿੰਨੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇਹ ਨਤੀਜੇ 8 ਅਕਤੂਬਰ ਤੋਂ 14 ਅਕਤੂਬਰ ਦਰਮਿਆਨ ਕੱਢੇ ਗਏ ਡਰਾਅ ਬਾਰੇ ਸਾਂਝੇ ਕੀਤੇ ਗਏ ਨੇ। ਕਿਊਬੈਕ ਦੇ ਵਿੱਚ 29 ਸਤੰਬਰ ਨੂੰ ਡਰਾਅ ਕੱਢਿਆ ਗਿਆ ਜਿਸ ਵਿੱਚ 1000 ਤੋਂ ਵੱਧ ਸੱਦੇ ਜਾਰੀ ਕੀਤੇ ਗਏ। ਇਸ ਵਿੱਚ 1195 ਸਕਿਲਡ ਵਰਕਰਸ ਨੂੰ ਪੀਆਰ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਸ ਡਰਾਅ ਦੇ ਵਿੱਚ ਕੋਈ ਐਨਓਸੀ ਜਾਂ ਫਿਰ ਲੋਕੇਸ਼ਨ ਟਾਰਗੇਟਡ ਨਹੀਂ ਸੀ, ਬਸ ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹਨਾਂ ਦੀ ਪ੍ਰੋਫਾਈਲ ਅਰੀਮਾ ਦੇ ਵਿੱਚ ਹੋਵੇ। ਇਸ ਤੋਂ ਇਲਾਵਾ ਉਮੀਦਵਾਰਾਂ ਦੇ ਕੋਲ 597 ਪੁਆਇੰਟਸ ਹੋਣੇ ਜ਼ਰੂਰੀ ਰਹੇ। ਇੱਥੇ ਦੱਸ ਦਈਏ ਕਿ 15 ਸਤੰਬਰ ਵਾਲੇ ਪਿਛਲੇ ਡਰਾਅ ਦੇ ਮੁਕਾਬਲੇ ਇਸ ਵਾਰ ਘੱਟ ਸਕੋਰ ਦੀ ਜ਼ਰੂਰਤ ਰਹੀ ਕਿਉਂਕਿ 15 ਸਤੰਬਰ ਵਾਲੇ ਡਰਾਅ ਦੇ ਵਿੱਚ 620 ਅੰਕਾਂ ਦੀ ਜ਼ਰੂਰਤ ਸੀ। ਕਿਊਬੈਕ ਵੱਲੋਂ ਹੁਣ ਤੱਕ ਕਈ ਡਰਾਅ ਕੱਢੇ ਜਾ ਚੁੱਕੇ ਨੇ। ਇਹ ਤਾਜ਼ਾ ਡਰਾਅ ਸਾਲ ਦਾ 10ਵਾਂ ਡਰਾਅ ਸੀ ਤੇ ਸਤੰਬਰ ਮਹੀਨੇ ਦਾ ਤੀਸਰਾ ਡਰਾਅ ਐਲਾਨ ਕੀਤਾ ਗਿਆ। ਆਮ ਤੌਰ ਦੇ ਉੱਪਰ ਕਿਊਬੈਕ ਵੱਲੋਂ ਮਹੀਨੇ ਦੇ ਵਿੱਚ ਇੱਕ ਡਰਾਅ ਕੱਢਿਆ ਜਾਂਦਾ ਹੈ ਪਰ ਉਹਨਾਂ ਵੱਲੋਂ ਇਸ ਵਾਰ ਜ਼ਿਆਦਾ ਡਰਾਅ ਐਲਾਨ ਕੀਤੇ ਗਏ ਨੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਡਰਾਅ ਦਾ ਐਲਾਨ 12 ਅਕਤੂਬਰ ਨੂੰ ਕੀਤਾ ਗਿਆ ਜਿਸ ਵਿੱਚ 364 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਇੱਥੇ ਜਨਰਲ ਡਰਾਅ ਦੇ ਵਿੱਚ 320 ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਇਹ ਉਮੀਦਵਾਰ ਸਕਿਲਡ ਵਰਕਰਸ, ਇੰਟਰਨੈਸ਼ਨਲ ਗ੍ਰੈਜੂਏਟ ਕੈਟੇਗਰੀਜ਼ ਦੇ ਨਾਲ ਜੁੜੇ ਹੋਏ ਸਨ ਪਰ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ। ਇਸ ਤੋਂ ਇਲਾਵਾ ਸੂਬੇ ਵੱਲੋਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 25 अर्ਲੀ ਚਾਈਲਡਹੁੱਡ ਐਜੂਕੇਟਰਸ ਨੂੰ ਇਨਵੀਟੇਸ਼ਨ ਮਿਲੇ ਜਿਸ ਵਾਸਤੇ 60 ਪੁਆਇੰਟਸ ਦੀ ਜ਼ਰੂਰਤ ਸੀ। 19 ਹੈਲਥ ਕੇਅਰ ਵਰਕਰਸ ਜੋ ਕਿ ਸਕਿਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ, ਐਂਟਰੀ ਲੈਵਲ ਤੇ ਸੈਮੀ ਸਕਿਲਡ ਕੈਟੇਗਰੀ ਦੇ ਨਾਲ ਜੁੜੇ ਹੋਏ ਸਨ, ਉਹਨਾਂ ਦੇ ਕੋਲ 60 ਪੁਆਇੰਟਸ ਦੀ ਜ਼ਰੂਰਤ। ਹੈਲਥ ਕੇਅਰ ਅਸਿਸਟੈਂਟਸ ਜੋ ਕਿ ਐਂਟਰੀ ਲੈਵਲ ਤੇ ਸੈਮੀ ਸਕਿਲਡ ਕੈਟੇਗਰੀ ਦੇ ਨਾਲ ਜੁੜੇ ਹੋਏ ਹਨ, ਉਹਨਾਂ ਨੂੰ 60 ਪੁਆਇੰਟਸ ਦੀ ਜ਼ਰੂਰਤ ਰਹੀ ਤੇ ਬਾਕੀਆਂ ਦੇ ਵਿੱਚ ਵੀ 60 ਅੰਕਾਂ ਦੀ ਹੀ ਜ਼ਰੂਰਤ ਸੀ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਇਹ ਮਹੀਨੇ ਦਾ ਫਾਈਨਲ ਡਰਾਅ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਸੂਬੇ ਵੱਲੋਂ 1 ਮਹੀਨੇ ਤੱਕ ਕੋਈ ਵੀ ਡਰਾਅ ਨਹੀਂ ਕੱਢਿਆ ਜਾਵੇਗਾ। ਸੂਬੇ ਵੱਲੋਂ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਸੀ ਕਿ ਉਹਨਾਂ ਵੱਲੋਂ 12 ਅਕਤੂਬਰ ਤੋਂ 16 ਨਵੰਬਰ ਤੱਕ ਇਮੀਗ੍ਰੇਸ਼ਨ ਦੇ ਡਰਾਅ ਪੌਜ਼ ਕੀਤੇ ਜਾ ਰਹੇ ਨੇ। ਕੈਨੇਡਾ ਦੇ ਇੱਕ ਵੱਡੇ ਗ੍ਰੋਸਰੀ ਸਟੋਰ ਵੱਲੋਂ ਐਲਾਨ ਕੀਤਾ ਗਿਆ ਜਿੱਥੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਹੁਣ ਕਾਫੀ ਚੀਜ਼ਾਂ ਦੀਆਂ ਕੀਮਤਾਂ ਨਹੀਂ ਵਧਣਗੀਆਂ। ਜੀ ਹਾਂ, ਵਧਦੀਆਂ ਕੀਮਤਾਂ ਦੇ ਉੱਪਰ ਅਸਥਾਈ ਸਮੇਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੀਆਂ ਕੀਮਤਾਂ ਕੰਟਰੋਲ ਦੇ ਵਿੱਚ ਕੀਤੀਆਂ ਜਾ ਸਕਦੀਆਂ ਨੇ ਤੇ ਹੁਣ ਕੈਨੇਡਾ ਦੇ ਵੱਡੇ ਗ੍ਰੋਸਰੀ ਸਟੋਰ ਵੱਲੋਂ ਅਜਿਹਾ ਐਲਾਨ ਕਰਦਿਆਂ ਕਿਹਾ ਗਿਆ ਕਿ ਕੁਝ ਸਮੇਂ ਦੇ ਲਈ ਇਹਨਾਂ ਚੀਜ਼ਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਲੋਬਲੋ ਵੱਲੋਂ ਕਈ ਪ੍ਰੋਡਕਟਸ ਦੀਆਂ ਕੀਮਤਾਂ ਵਿੱਚ ਵਾਧੇ ਵਾਸਤੇ ਅਸਥਾਈ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਕੈਨੇਡਾ ਵਿੱਚ ਵੱਧ ਰਹੀ ਮਹਿੰਗਾਈ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਜੀ ਹਾਂ, ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਕੈਨੇਡਾ ਦੀ ਸਭ ਤੋਂ ਵੱਡੀ ਗ੍ਰੋਸਰੀ ਕੰਪਨੀ ਵੱਲੋਂ ਆਪਣੇ ਨੋ ਨੇਮ ਪ੍ਰੋਡਕਟਸ ਦੀਆਂ ਕੀਮਤਾਂ ਨੂੰ ਫ੍ਰੀਜ਼ ਕਰਨ ਭਾਵ ਉਹਨਾਂ ਦੀਆਂ ਕੀਮਤਾਂ ਦੇ ਵਾਧੇ ਤੇ ਅਸਥਾਈ ਰੋਕ ਲਗਾਉਣ ਦਾ ਫੈਸਲਾ ਲਿਆ। ਕੰਪਨੀ ਵੱਲੋਂ ਕਿਹਾ ਗਿਆ ਕਿ ਉਹ ਆਪਣੇ ਮਸ਼ਹੂਰ ਬ੍ਰਾਂਡ ਨੋ ਨੇਮ ਜਿਸ ਦੇ ਵਿੱਚ ਕਰੀਬ 1500 ਪ੍ਰੋਡਕਟਸ ਆਉਂਦੇ ਨੇ, ਇਹਨਾਂ ਦੀਆਂ ਕੀਮਤਾਂ ਦੇ ਵਾਧੇ ਉੱਪਰ 31 ਜਨਵਰੀ ਸਾਲ 2023 ਤੱਕ ਰੋਕ ਲਗਾ ਰਹੇ ਹਨ। ਇਸ ਬਾਰੇ ਸਾਰੀ ਜਾਣਕਾਰੀ ਇੱਕ ਲੈਟਰ ਦੇ ਵਿੱਚ ਸਾਂਝੀ ਕੀਤੀ ਗਈ ਹੈ ਜਿੱਥੇ ਚੇਅਰਮੈਨ ਅਤੇ ਪ੍ਰੈਜ਼ੀਡੈਂਟ ਵੱਲੋਂ ਕਿਹਾ ਗਿਆ ਕਿ ਇਸ ਸਾਲ ਗ੍ਰੋਸਰੀ ਆਈਟਮਸ ਦੀ ਟੋਕਰੀ ਦੀ ਔਸਤ ਕੀਮਤ 10% ਤੋਂ ਉੱਪਰ ਜਾ ਚੁੱਕੀ ਹੈ ਤੇ ਸੇਬ, ਸੂਪ, ਚਿਪਸ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ ਇਸ ਨਾਲੋਂ ਵੱਧ ਮਹਿੰਗੀਆਂ ਹੋਈਆਂ ਹਨ।
ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਪ੍ਰੋਡਕਟਸ ਦੀਆਂ ਕੀਮਤਾਂ ਕੰਪਨੀ ਦੇ ਕੰਟਰੋਲ ਦੇ ਬਾਹਰ ਹਨ ਅਤੇ ਫੂਡ ਸਪਲਾਇਰ ਆਪਣੀਆਂ ਲਾਗਤਾਂ ਦੇ ਵਾਧੇ ਨੂੰ ਕੰਪਨੀ ਦੇ ਗਲੇ ਪਾ ਦਿੰਦੇ ਨੇ। ਦੱਸ ਦਈਏ ਕਿ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਹੋਰ ਦੇਸ਼ਾਂ ਦੇ ਵਿੱਚ ਵੀ ਕੁਝ ਗਰੋਸਰੀ ਕੰਪਨੀਆਂ ਵੱਲੋਂ ਇਸ ਤਰ੍ਹਾਂ ਦੇ ਫੈਸਲੇ ਲਏ ਗਏ। ਅਗਸਤ ਵਿੱਚ ਫਰਾਂਸ ਦੀ ਸੁਪਰਮਾਰਕੀਟ ਚੇਨ ਵੱਲੋਂ ਕਿਹਾ ਗਿਆ ਕਿ 100 ਤੋਂ ਵੱਧ ਆਈਟਮਸ ਦੀਆਂ ਕੀਮਤਾਂ ਦੇ ਵਾਧੇ ਉੱਪਰ 3 ਨਵੰਬਰ ਤੱਕ ਰੋਕ ਲਗਾ ਦਿੱਤੀ ਹੈ। ਇਸੇ ਤਰ੍ਹਾਂ ਜੂਨ ਦੇ ਵਿੱਚ ਲਿਡਲ ਦੀ ਅਮਰੀਕੀ ਇਕਾਈ ਨੇ ਵੀ ਆਪਣੀਆਂ 100 ਤੋਂ ਵੱਧ ਆਈਟਮਸ ਦੀਆਂ ਕੀਮਤਾਂ ਵਿੱਚ ਵਾਧੇ ਦੇ ਉੱਪਰ ਅਗਸਤ ਮਹੀਨੇ ਤੱਕ ਰੋਕ ਲਗਾ ਦਿੱਤੀ ਹੈ। ਦੋ ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ, ਜਿਸ ਦੇ ਵਿੱਚ 2 ਜਾਣੇ ਜ਼ਖਮੀ ਹੋਏ ਤੇ ਇੱਕ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਅਜੇ ਪੀੜਤਾਂ ਦੀ ਪਹਿਚਾਣ ਜਦ ਤੱਕ ਨਹੀਂ ਕੀਤੀ ਗਈ। ontario ਸੂਬੇ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਜਿੱਥੇ ਵਾਟਰਲੂ ਦੇ ਵਿੱਚ ਇੱਕ ਹਾਦਸਾ ਵਾਪਰਿਆ। ਹਾਦਸੇ ਵਿੱਚ ਇੱਕ 22 ਸਾਲਾ ਵਿਅਕਤੀ ਦੀ ਮੌਤ ਹੋ ਗਈ ਤੇ 2 ਟੀਨੇਜਰਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 2 ਵਾਹਨ ਆਪਸ ਦੇ ਵਿੱਚ ਟਕਰਾਏ ਨੇ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਮਾਮਲਾ 7:30 ਦੇ ਕਰੀਬ ਆਕਸਫੋਰਡ ਰੋਡ 5 ਅਤੇ ਪੰਕੀ ਡੂਡਲਸ ਐਵੀਨਿਊ ਦੇ ਇੰਟਰਸੈਕਸ਼ਨ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਅਧਿਕਾਰੀਆਂ ਨੂੰ ਇੱਥੇ ਹਾਦਸੇ ਦੇ ਬਾਰੇ ਜਾਣਕਾਰੀ ਮਿਲੀ। ਅਧਿਕਾਰੀਆਂ ਦੇ ਦੱਸਣ ਮੁਤਾਬਕ 22 ਸਾਲਾ ਡਰਾਈਵਰ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 16 ਸਾਲ ਦੇ ਪੈਸੇਂਜਰ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਜੋ ਡਰਾਈਵਰ ਦੂਸਰੇ ਵਾਹਨ ਨੂੰ ਚਲਾ ਰਿਹਾ ਸੀ, ਉਸ ਦੀ ਉਮਰ 19 ਸਾਲ ਦੇ ਕਰੀਬ ਦੱਸੀ ਗਈ। ਉਸ ਨੂੰ ਵੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। ਇਸ ਹਾਦਸੇ ਦੇ ਵਿੱਚ 2 ਜਾਣੇ ਜ਼ਖਮੀ ਹੋਏ ਨੇ, ਦੋਨੋਂ ਹੀ ਟੀਨੇਜਰ ਹਨ। ਵਾਟਰਲੂ ਰੀਜਨਲ ਪੁਲਿਸ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਅਜੇ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਜਿਸ ਵਿਅਕਤੀ ਨੇ ਦਮ ਤੋੜ ਦਿੱਤਾ ਤੇ ਜਿਹੜੇ 2 ਟੀਨੇਜਰਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਉਹਨਾਂ ਬਾਰੇ ਬਹੁਤੀ ਡਿਟੇਲ ਅਜੇ ਜਨਤਕ ਨਹੀਂ ਕੀਤੀ ਗਈ। ਫਿਲਹਾਲ ਇਸ ਸਭ ਦੇ ਬਾਰੇ ਇਨਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਦੀ ਮੌਤ ਹੋ ਗਈ ਤੇ 3 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਜਿਹੜੇ 3 ਜ਼ਖਮੀ ਹੋਏ, ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗਲਫ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇੱਥੇ ਜੋ ਹਾਦਸਾ ਵਾਪਰਿਆ ਉਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 3 ਜਾਣੇ ਜ਼ਖਮੀ ਹੋਏ ਨੇ। ontario ਪੁਲਿਸ ਵੱਲੋਂ ਇਸ ਬਾਰੇ ਟਵੀਟ ਕਰਦਿਆਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਆਫੀਸਰਸ ਦੇ ਦੱਸਣ ਮੁਤਾਬਕ ਇਹ ਘਟਨਾ 6:30 ਦੇ ਕਰੀਬ ਵਾਪਰੀ, ਜਿੱਥੇ ਉਹਨਾਂ ਨੂੰ ਪਤਾ ਚੱਲਿਆ ਕਿ ਪਿਕਅਪ ਟਰੱਕ ਅਤੇ ਪੈਸੇਂਜਰ ਵਹੀਕਲ ਦੀ ਟੱਕਰ ਹੋ ਗਈ ਹੈ। ਇਹ ਹਾਦਸਾ ਵੈਲਿੰਗਟਨ ਰੋਡ 32 ਅਤੇ 5 ਰੋਡ ਦੇ ਇੰਟਰਸੈਕਸ਼ਨ ਦੇ ਉੱਪਰ ਵਾਪਰਿਆ, ਜੋ ਕਿ ਗਲਫ ਦੇ ਬਾਹਰਲੇ ਹਿੱਸੇ ਦੇ ਵਿੱਚ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਜੋ ਕਿ ਵਾਹਨ ਨੂੰ ਚਲਾ ਰਿਹਾ ਸੀ, ਉਸ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦਕਿ ਜਿਹੜੇ 3 ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜੋ ਪਿਕਅਪ ਟਰੱਕ ਨੂੰ ਚਲਾਉਣ ਵਾਲਾ ਡਰਾਈਵਰ ਸੀ, ਉਸ ਨੂੰ ਹਲਕੀਆਂ ਸੱਟਾਂ ਆਈਆਂ ਨੇ। ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਘਟਨਾ ਕਿਵੇਂ ਵਾਪਰੀ। ਅਧਿਕਾਰੀ ਇਸ ਦੀ ਜਾਂਚ ਪੜਤਾਲ ਕਰ ਰਹੇ ਨੇ। ਇਸ ਤੋਂ ਇਲਾਵਾ ਪੀੜਤਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਪੁਲਿਸ ਆਫੀਸਰਸ ਦਾ ਕਹਿਣਾ ਹੈ ਕਿ ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਅਪਡੇਟ ਜਾਰੀ ਕੀਤੀ ਜਾਵੇਗੀ। Provincial Constable Jacob Unger with the Wellington County Ontario Provincial Police. On today's date, October 16th, 2022, at approximately 6:30 p.m., the Wellington County OPP, along with Guelph Wellington Paramedic Services, Waterloo Regional Paramedic Services, and local fire departments responded to a report of a motor vehicle collision involving a pickup truck and a passenger vehicle on Wellington Road 32 at Fife Road. Sadly, one of the occupants of the passenger vehicle was pronounced deceased at the scene. 3 other occupants of the passenger vehicle were transported to a trauma center with varying injuries. The occupant of the pickup truck was assessed at the scene with minor injuries. At this time, Wellington Road 32 will be closed from Wellington Road 124 to Paisley Road, and Fife Road will be closed from Township Road 1 to Whitelaw Road for the next several hours while the Wellington County OPP continue to investigate with the assistance of the OPP West Region Traffic Incident Management and Enforcement Team. Please avoid the area and do not go around road closure barricades. The Wellington County OPP would like to extend our deepest sympathies and offer our condolences to those that have been affected by this tragedy. ਡਾਊਨਟਾਊਨ ਟੋਰਾਂਟੋ ਦੇ ਵਿੱਚ ਇੱਕ ਹਾਦਸਾ ਵਾਪਰਿਆ, ਜਿਸ ਤੋਂ ਬਾਅਦ 2 ਜਾਣਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਦੇ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਹੁਣ ਤੱਕ ਦੀ ਜੋ ਡਿਟੇਲ ਦਿੱਤੀ ਗਈ ਹੈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਦੱਸ ਦਈਏ ਕਿ ਪੀੜਤਾਂ ਦੇ ਨਾਮ ਅਜੇ ਨਹੀਂ ਦੱਸੇ ਗਏ। ਡਾਊਨਟਾਊਨ ਟੋਰਾਂਟੋ ਤੋਂ ਇੱਕ ਹਾਦਸੇ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ 2 ਜਾਣੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ।
ਪੁਲਿਸ ਵੱਲੋਂ ਇਸ ਘਟਨਾ ਦੇ ਬਾਰੇ ਜੋ ਡਿਟੇਲ ਸਾਂਝੀ ਕੀਤੀ ਗਈ ਹੈ ਉਸ ਵਿੱਚ ਦੱਸਿਆ ਗਿਆ ਕਿ 2 ਜਾਣੇ ਜੋ ਕਿ ਇੱਥੇ ਜ਼ਖਮੀ ਹੋਏ ਉਹਨਾਂ ਨੂੰ ਲੋਕਲ ਟਰਾਮਾ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ। ਇਹਨਾਂ ਦੋਨਾਂ ਨੂੰ ਹੀ ਗੰਭੀਰ ਸੱਟਾਂ ਆਈਆਂ ਹਨ। ਇਹ ਹਾਦਸਾ ਐਤਵਾਰ ਰਾਤ ਵੇਲੇ ਵਾਪਰਿਆ, ਜਿਸ ਦੀ ਜਾਣਕਾਰੀ ਟੋਰਾਂਟੋ ਪੈਰਾਮੈਡਿਕਸ ਵੱਲੋਂ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਘਟਨਾ 8 ਵਜੇ ਦੇ ਕਰੀਬ ਬੇ ਅਤੇ ਰਿਚਮੰਡ ਸਟਰੀਟਸ ਦੇ ਨੇੜੇ ਵਾਪਰੀ ਹੈ। ਟੋਰਾਂਟੋ ਪੁਲਿਸ ਦੇ ਦੱਸਣ ਮੁਤਾਬਕ ਇੱਥੇ 2 ਵਾਹਨ ਆਪਸ ਦੇ ਵਿੱਚ ਟਕਰਾਏ ਨੇ। ਬੇ ਸਟਰੀਟ ਨੂੰ ਕੁਝ ਸਮੇਂ ਵਾਸਤੇ ਬੰਦ ਕੀਤਾ ਗਿਆ ਤਾਂ ਕਿ ਇੱਥੇ ਜਾਂਚ ਪੜਤਾਲ ਕੀਤੀ ਜਾ ਸਕੇ, ਪਰ ਹੁਣ ਮੁੜ ਤੋਂ ਇਹਨਾਂ ਰਸਤਿਆਂ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਫੀਸਰਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਨੇ। ਜਿਹੜੇ 2 ਜਾਣੇ ਜ਼ਖਮੀ ਹੋਏ ਨੇ ਉਹਨਾਂ ਦੇ ਬਾਰੇ ਅਜੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਸਿਰਫ ਤੇ ਸਿਰਫ ਇਹੀ ਦੱਸਿਆ ਗਿਆ ਕਿ ਉਹਨਾਂ ਨੂੰ ਟਰਾਮਾ ਸੈਂਟਰ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਉਹਨਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਤੇ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਵਧੇਰੇ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰਦਿਆਂ ਇਨਫੋਰਮੇਸ਼ਨ ਸਾਂਝੀ ਕੀਤੀ ਜਾ ਸਕਦੀ ਹੈ। ਟੋਰਾਂਟੋ ਪੁਲਿਸ ਨੂੰ 4168082222 ਤੇ ਕ੍ਰਾਈਮ ਸਟਾਪਰਸ ਨੂੰ 4162228477 ਦੇ ਉੱਪਰ ਸੂਚਿਤ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਹਾਦਸੇ ਦੇ ਬਾਰੇ ਵਧੇਰੇ ਜਾਂਚ ਪੜਤਾਲ ਜਾਰੀ ਹੈ। ਕਲੱਬ ਦੇ ਬਾਹਰ ਗੋਲੀਆਂ ਚਲਾਉਣ ਵਾਲਾ ਕਾਬੂ ਕੀਤਾ ਗਿਆ। ਕੁਝ ਸਮੇਂ ਪਹਿਲਾਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਵਿਅਕਤੀ ਵੱਲੋਂ ਕਲੱਬ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਰਾਹਤ ਦੀ ਖਬਰ ਸੀ ਕਿ ਕਿਸੇ ਨੂੰ ਕੋਈ ਵੀ ਸੱਟਾਂ ਨਹੀਂ ਆਈਆਂ। ਹੁਣ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਸ ਉੱਪਰ ਚਾਰजेस ਵੀ ਲਗਾ ਦਿੱਤੇ ਗਏ ਨੇ। ਮਿਸੀਸਾਗਾ ਦੀ ਨਾਈਟ ਕਲੱਬ ਦੇ ਬਾਹਰ ਗੋਲੀਆਂ ਚੱਲੀਆਂ ਨੇ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਗੋਲੀਆਂ ਚਲਾਉਣ ਵਾਲੇ ਸਸਪੈਕਟ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਪੀਲ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਜਿਹੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਹ ਟੋਰਾਂਟੋ ਦੇ ਨਾਲ ਜੁੜਿਆ ਹੋਇਆ ਹੈ। ਇਸ ਵਿਅਕਤੀ ਵੱਲੋਂ ਮਿਸੀਸਾਗਾ ਦੇ ਨਾਈਟ ਕਲੱਬ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਡਿਟੇਲ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਘਟਨਾ 5 ਜੂਨ 3 ਵਜੇ ਦੇ ਕਰੀਬ ਸਾਹਮਣੇ ਆਈ ਸੀ, ਜਿੱਥੇ ਕੁਝ ਲੋਕਾਂ ਦਾ ਆਪਸ ਦੇ ਵਿੱਚ ਝਗੜਾ ਹੋ ਗਿਆ ਤੇ ਫਿਰ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਬਾਰੇ ਵੀ ਪੁਲਿਸ ਅਧਿਕਾਰੀਆਂ ਵੱਲੋਂ ਹੀ ਜਾਣਕਾਰੀ ਦਿੱਤੀ ਗਈ। ਇਸ ਹਾਦਸੇ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਇਨਵੈਸਟੀਗੇਟਰਸ ਵੱਲੋਂ ਸ਼ੂਟਰ ਦੀ ਪਹਿਚਾਣ ਪਹਿਲਾਂ ਸ਼ਕੀਮ ਦੇ ਤੌਰ ਤੇ ਉੱਪਰ ਦੱਸੀ ਗਈ ਸੀ, ਜਿਸ ਵਾਸਤੇ ਅਰੈਸਟ ਵਾਰੰਟ ਉਹਨਾਂ ਵੱਲੋਂ ਜਾਰੀ ਕਰ ਦਿੱਤਾ ਗਿਆ। ਪੁਲਿਸ ਵੱਲੋਂ ਨਿਊਜ਼ ਰਿਲੀਜ਼ ਦੇ ਵਿੱਚ ਹੁਣ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਉਹਨਾਂ ਨੇ ਐਂਡਰਸਨ ਹੈਨਰੀ ਨਾਮ ਦੇ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ। ਇਹ ਗ੍ਰਿਫਤਾਰੀ ਉਹਨਾਂ ਵੱਲੋਂ 16 ਅਕਤੂਬਰ ਦੌਰਾਨ ਕੀਤੀ ਗਈ, ਜਿਸ ਦੇ ਵਿੱਚ ਪੀਟਰਬਰਗ ਪੁਲਿਸ ਵੱਲੋਂ ਉਹਨਾਂ ਦਾ ਸਹਿਯੋਗ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਇਸ ਖਿਲਾਫ ਚਾਰजेस ਲਗਾਏ ਗਏ ਨੇ, ਜਿਸ ਦੇ ਵਿੱਚ 2 counts of possession of firearm contrary to an order, acknowledge of unauthorized possession of a firearm, possession of a loaded, prohibited or restricted firearm ਤੇ discharging a firearm in a reckless manner ਵਰਗੇ ਚਾਰजेस ਲਗਾਏ ਗਏ। ਪੁਲਿਸ ਵੱਲੋਂ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਲਗਾਤਾਰ ਅੱਗੇ ਅਪਡੇਟ ਜਾਰੀ ਕੀਤੀ ਜਾਵੇਗੀ। ਅਮਰੀਕਾ ਦੇ ਵਿੱਚ ਮਹਿੰਗਾਈ ਲਗਾਤਾਰ ਵਧ ਰਹੀ ਹੈ। ਰਾਸ਼ਟਰਪਤੀ ਬਾਈਡਨ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ। ਹੁਣ ਇਸ ਬਾਰੇ ਵਾਈਟ ਹਾਊਸ ਵੱਲੋਂ ਆਪਣਾ ਪੱਖ ਰੱਖਿਆ ਗਿਆ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਅਮਰੀਕਾ ਦੇ ਵਿੱਚ ਮਹਿੰਗਾਈ ਲਗਾਤਾਰ ਵਧ ਰਹੀ ਹੈ। ਇਸ ਮੁੱਦੇ ਉੱਪਰ ਵਾਈਟ ਹਾਊਸ ਵੱਲੋਂ ਅੱਜ ਖਾਸ ਬਿਆਨ ਜਾਰੀ ਕੀਤਾ ਗਿਆ। ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਰਾਸ਼ਟਰਪਤੀ ਜੋ ਬਾਈਡਨ ਮਹਿੰਗਾਈ ਦੇ ਉੱਪਰ ਕਾਬੂ ਪਾਉਣ ਦੇ ਵਿੱਚ ਨਾਕਾਮਯਾਬ ਰਹੇ ਨੇ। ਔਰ ਇਸ ਦੇ ਬਾਰੇ ਵਾਈਟ ਹਾਊਸ ਵੱਲੋਂ ਆਪਣਾ ਪੱਖ ਰੱਖਿਆ ਗਿਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਰਾਸ਼ਟਰਪਤੀ ਕਿਵੇਂ ਇਨਫਲੇਸ਼ਨ ਦੇ ਨਾਲ ਡੀਲ ਕਰ ਰਹੇ ਨੇ। ਹੁਣ ਵਾਈਟ ਹਾਊਸ ਵੱਲੋਂ ਇਸ ਬਾਰੇ ਕੀ ਵਿਚਾਰ ਸਾਂਝੇ ਕੀਤੇ ਗਏ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। Thousands of dollars less than before. President Biden's executive order on competition called on the FDA to make hearing aids available over the counter without a prescription. That is now a reality. This week, retailers across the country, including Walgreens, CVS, Best Buy, Walmart, and Hy-Vee, will start selling over-the-counter hearing aids in-store and online. And adults with mild to moderate hearing loss can buy these hearing aids without a prescription, exam, or even fitting, which will lower average cost by as much as $3,000. That's thousands of dollars going back into the pockets of Americans and providing a little more breathing room in their family budgets as well. Finally, President Biden looks forward to welcoming President Herzog
of Israel to the White House on October 26, a visit that underscores the enduring partnership and friendship between the United States and Israel. They will consult on key issues, including regional and global challenges of mutual concern, opportunities to deepen Israel's regional integration, and ways to advance equal measures of freedom, prosperity, and security for both Israelis and Palestinians. President Herzog will be in Washington October 25th and 26th for meetings with a range of interagency officials. With that, ਇਸ ਦੇ ਨਾਲ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਦੇ ਵੀਜ਼ੇ ਦੇ ਨਾਮ ਤੇ ਕੌਣ ਕਰ ਰਿਹਾ ਧੋਖਾ, ਫੇਸਬੁੱਕ ਰਾਹੀਂ ਹੋ ਰਹੀ ਹੈ ਲੁੱਟ। ਗੈਰ ਦਸਤਾਵੇਜੀ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਮੰਗ, ਹੁਣ ਸਰਕਾਰ ਲਵੇਗੀ ਇਸ ਬਾਰੇ ਫੈਸਲਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੱਡਾ ਐਲਾਨ, ਦੇਸ਼ ਨੂੰ ਜੋੜਨ ਦੀ ਕੀਤੀ ਗੱਲ। ਮਹਿੰਗੇ ਖਾਣ ਪੀਣ ਤੋਂ ਪਰੇਸ਼ਾਨ ਜਗਮੀਤ ਸਿੰਘ, ਪਾਰਟੀ ਮੈਂਬਰਾਂ ਦੇ ਨਾਲ ਕੀਤੀ ਇਸ ਤੇ ਚਰਚਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ, ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।